मैं पहला भी कहता सी ਜਿਹੜਾ ਲਾਂਘੇ ਦੇ ਲਈ ਖੜੂਗਾ ਉਹ ਲੱਖ ਦਾ, ਜਿਹਨੇ ਤਨਕੀਦ ਕੀਤੀ ਉਹ ਕੱਖ ਦਾ, ਤੇ ਹੋ ਗਏ ਉਹ ਕੱਖ ਦੇ। ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ, ਇਹਨੂੰ ਆਖ ਲਓ ਦੁਆ ਮੇਰੀ, ਜਾਂ ਕਹਿ ਲਓ ਅਰਦਾਸ, ਜਾਂ ਕਹਿ ਲਓ ਅਰਦਾਸ। ਤੇ ਉਹ ਗੱਲ ਇਹ ਹੈ, ਤੇ ਉਹ ਗੱਲ ਇਹ ਹੈ ਕਿ ਕੰਧਾਂ ਹੋਣ ਉੱਤੇ ਮੂਰਤਾਂ ਪਿਆਰਿਆਂ ਦੀਆਂ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ, ਉਹ ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ, ਬੂਹੇ ਬਾਰੀਆਂ ਵੀ ਹੋਣ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਸਾਡਾ ਮੇਲ ਜੋਲ ਹੋਵੇ ਯਾਰੋ, ਉਹ ਸਾਡਾ ਮੇਲ ਜੋਲ ਹੋਵੇ, ਚੱਲੇ ਬਣ ਚ ਵਪਾਰ, ਚੱਲੇ ਬਣ ਚ। ਮੁਰਸ਼ਦ ਆਪਣੇ ਦੇ ਦਰ ਤੇ ਮੰਗਣ ਆਇਆ ਇਹੋ ਮੁਰਾਦ, ਸਾਡੀ ਝੋਲੀ ਪਾ ਸਾਈਆਂ ਅਮਨ ਤੇ ਇਤਿਹਾਦ। ਜੀਵਨ ਸਭ ਮਾਵਾਂ ਦੇ ਬਚੜੇ ਬਾਪੂਆਂ ਦੇ ਦਿਲ ਸ਼ਾਦ, ਤੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਬਾਬੇ ਨਾਨਕ ਦੀ ਵਿਚਾਰਧਾਰਾ ਸਦਾ ਰਹੇ ਆਬਾਦ। ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। खबर पड़ताल प्रोग्राम देख रहे दर्शकों का बहुत बहुत स्वागत है। अज जिन्हां पंजाबी सियासी खबरों के उपर असीं गलबात करेंगे। सब तो पहला गल करांगे नवजोत सिंह सिद्धू की श्री करतारपुर साहिब नतमस्तक होने की खबर के उत्ते गलबात करांगे। नवजोत सिंह सिद्धू ने आके प्रैस कॉन्फ्रेंस की है। प्रैस कॉन्फ्रेंस के विच पंजाब ते ਭਾਰਤ ਦੇ ਸੰਬੰਧਾਂ ਤੇ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਤੇ ਪਾਕਿਸਤਾਨ ਦੇ ਨਾਲ ਭਾਰਤ ਦੇ ਰਿਸ਼ਤਿਆਂ ਦੇ ਉੱਪਰ ਵੱਡੀਆਂ ਗੱਲਾਂ ਸਿੱਧੂ ਸਾਹਿਬ ਨੇ ਕੀਤੀਆਂ ਨੇ। ਖਾਸ ਤੌਰ ਤੇ ਪੰਜਾਬ ਦੀ ਖੁਸ਼ਹਾਲੀ ਨੂੰ ਲੈ ਕੇ, ਵਪਾਰ ਕਿਸ ਤਰ੍ਹਾਂ ਵਧੇਗਾ, ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸੰਪਰਕ ਭਾਈਚਾਰਾ ਕਿਸ ਤਰ੍ਹਾਂ ਵਧੇਗਾ, ਕਿਸ ਤਰ੍ਹਾਂ ਆਉਣ ਜਾਣ ਵਧੇਗਾ ਤੇ ਕਿਸ ਤਰ੍ਹਾਂ ਵਪਾਰਕ ਸੰਬੰਧਾਂ ਦੇ ਰਾਹੀਂ ਦੋਹਾਂ ਦੇਸ਼ਾਂ ਦੇ ਲੋਕ खुशहाल होणगे। ये सारियां गल्लां सिद्धू साहब ने अज प्रैस कॉन्फ्रेंस दे विच कीतियां ने। इन्हां सारियां गल्लां बारे सियासी विचार चर्चा करांगे। इस तो बाद गल करांगे मुख मंत्री चरणजीत सिंह चन्नी द्वारा कीती प्रैस कॉन्फ्रेंस की, जिस दे विच उन्होंने कहा कि किसानां नूं इन्नी जल्दी अपना संघर्ष ਜਿਹੜਾ ਸੰਘਰਸ਼ ਕਿਸਾਨ ਲੰਮੇ ਸਮੇਂ ਤੋਂ ਕਰ ਰਹੇ ਨੇ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ, ਚੁਕੰਨੇ ਰਹਿਣਾ ਚਾਹੀਦਾ ਹੈ। ਤੇ ਜਦੋਂ ਤੱਕ ਸੰਸਦ ਦੇ ਵਿੱਚ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨਾਂ ਨੂੰ ਡਟ ਕੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਲਗਾਤਾਰ ਸੰਘਰਸ਼ ਜਾਰੀ ਰੱਖਣਾ ਚਾਹੀਦਾ। ਉਸ ਤੋਂ ਬਾਅਦ ਹੋਰ ਵੀ ਸਿਆਸੀ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਿਜੇ ਮੌਰਿਆ। ਮੌਰਿਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ। ਮੌਰਿਆ ਸਾਹਿਬ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਤਮਸਤਕ ਹੋਣ ਦੀ ਖਬਰ ਦੇ ਉੱਪਰ ਗੱਲਬਾਤ ਕਰਾਂਗੇ। ਵੱਡੀਆਂ ਗੱਲਾਂ ਕੀਤੀਆਂ ਮੌਰਿਆ ਸਾਹਿਬ ਅੱਜ ਨਵਜੋਤ ਸਿੰਘ ਸਿੱਧੂ ਨੇ। ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਜਿਹੜੀਆਂ ਕੰਧਾਂ ਪੈ ਚੁੱਕੀਆਂ ਨੇ, ਜਿਹੜਾ ਬਟਵਾਰਾ ਹੋ ਚੁੱਕਿਆ, ਦੋ ਦੇਸ਼ ਤਾਂ ਬਣ ਚੁੱਕੇ ਨੇ ਭਾਰਤ ਤੇ ਪਾਕਿਸਤਾਨ, ਪਰ ਆਪਸੀ ਜਿਹੜਾ ਭਾਈਚਾਰਾ ਹੈ, ਆਪਸੀ ਜਿਹੜਾ ਆਉਣ ਜਾਣ ਹੈ, ਇੱਥੋਂ ਦੇ ਲੋਕ ਉੱਥੇ ਜਾਣ, ਉੱਧਰਲੇ ਲੋਕ ਇੱਥੇ ਆਉਣ, ਬੜੀਆਂ ਗੱਲਾਂ ਕੀਤੀਆਂ ਉਹਨਾਂ ਨੇ। ਵਪਾਰ ਦੀਆਂ ਗੱਲਾਂ ਕੀਤੀਆਂ, ਜ਼ਿਆਰਤ ਦੀਆਂ ਗੱਲਾਂ ਕੀਤੀਆਂ, धार्मिक टूरिज्म की भी गल की, होर भी गल्लां कीतियां, मैडिकल टूरिज्म की भी गल की। इत्थों तक कहा कि दोहां देशों के वपारक संबंध बननगे तां होर भी बड़ियां खुशहाली वालियां गल्लां बातां होणगियां, वपार वधेगा। पाकिस्तान तो पार जिहड़े देश ने, तुर्कमेनिस्तान, अफगानिस्तान, होर बड़े देश ने, उन्हां दे नाल भारत दा सीधा वपार होवेगा ते लखां करोड़ां ते अरबां रुपए का जिहड़ा वपार होवेगा, दोहां देशां 'च खुशहाली आवेगी। सो ये सारियां गल्लां अज सिद्धू साहब ने कीतियां ने। किवें देखदे हो अज दी पूरी प्रैस कॉन्फ्रेंस नूं, जिहड़ियां गल्लां अज सिद्धू साहब ने कीतियां ने? देखो जगदीश जी, नवजोत सिंह सिद्धू पंजाब और पंजाबियत लिए काम करना चाहते हैं। इसी करके वो लगातार इस ते बोलते भी रहते हैं। और जदों हुण वो अपना करतारपुर साहब गुरु साहब दे मत्था टेक के आ गए ने, भारत जदों परते है, तो भारत जदों अमृतसर दे विच जदों पहुँचे है तो उन्होंने तो प्रैस कॉन्फ्रेंस भी की और उन्होंने सारी गल्लां एक एक करके दसियां। और जी सब तो वड्डी गल उन्होंने कही कि भारत और पाकिस्तान अगर इकट्ठे होंदे आ, मीनस कि भाईचारा कायम होंदा है, तो उहदे नाल भारत के लोगों को भी फायदा है तो पाकिस्तान ते उधर भी फायदा है। उसका कारण है एक तो जिहड़ा पंजाब है, इत्थे 2 करोड़ की जिहड़ी आबादी है, खास तौर पर सिख संगत जिहड़ी आबादी है, या जिहड़े साडे बाहर वसदे कैनेडा, आस्ट्रेलिया, इंग्लैंड
ਤੇ ਅਮਰੀਕਾ ਦੇ ਵਿੱਚ ਜਦੋਂ ਭਾਰਤ ਆਪਣੇ ਦੇਸ਼ ਪਰਿਵਾਰਾਂ ਨੂੰ ਮਿਲਣ ਆਉਂਦੇ ਹੈ ਤਾਂ ਉਹਨਾਂ ਨੂੰ ਬੜਾ ਸੁਖਾਲਾ ਹੋ ਜਾਏਗਾ। ਅੰਮ੍ਰਿਤਸਰ ਜਿਹੜਾ ਆਪਣਾ ਡੇਰਾ ਬਾਬਾ ਨਾਨਕ ਤੋਂ ਹੋ ਕੇ ਜਿਹੜਾ ਲਾਂਘਾ ਬਣਿਆ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣ ਦੇ ਲਈ, ਉਹਦੇ ਲਈ ਇੱਕ ਤਾਂ ਪਹਿਲਾਂ ਇਹ ਕਿ ਜਿਹੜੀ ਸੰਗਤ ਹੈ ਉਹ ਆਪਣੇ ਗੁਰੂ ਜੀ ਦੇ ਦਰਸ਼ਨ ਕਰ ਸਕਦੀ ਹੈ। ਇੱਕ ਬੜੀ ਪਵਿੱਤਰ ਧਰਤੀ ਹੈ ਕਰਤਾਰਪੁਰ ਸਾਹਿਬ ਦੀ, ਜਿੱਥੇ ਬਾਬਾ ਨਾਨਕ ਜੀ ਨੇ ਆਪਣਾ ਉੱਥੇ ਸਮਾਂ ਗੁਜ਼ਾਰਿਆ ਕਾਫੀ, ਔਰ ਉੱਥੇ ਜਾ ਕੇ ਜਿਸ ਤਰੀਕੇ ਨਾਲ ਲੋਕ ਦਰਸ਼ਨ ਕਰਨਾ ਚਾਹੁੰਦੇ ਹੈ ਉਹ ਲੋਕਾਂ ਦੇ ਵਿੱਚ ਕਾਫੀ ਤੁਸੀਂ ਦੇਖ ਹੀ ਲਿਆ ਕਿ ਸ਼ਰਧਾ ਬਹੁਤ ਹੈ, ਔਰ ਹੋਣੀ ਵੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਦੁਨੀਆ ਦੇ ਵਿੱਚ ਕਾਫੀ ਇੱਕ ਰੂਹਾਨੀਅਤ ਦੀ ਜਿਹੜੀ ਉਹਨਾਂ ਨੇ ਸਭ ਨੂੰ ਸਬਕ ਦਿੱਤਾ ਹੈ, ਔਰ ਕਰਮ ਕਰਨ ਦੀ ਇੱਕ ਤਰੀਕੇ ਨਾਲ ਉਹਨਾਂ ਨੇ ਜਦੋਂ ਲੋਕਾਂ ਨੂੰ ਸੰਦੇਸ਼ ਦਿੱਤਾ ਹੈ, ਔਰ ਉਹਦਾ ਇੱਕ ਬਹੁਤ ਵੱਡਾ ਸਾਡੇ ਪੰਜਾਬ ਦੇ ਵਿੱਚ ਬੜੀ ਜ਼ਿਆਦਾ ਪਵਿੱਤਰ ਤਰੀਕੇ ਨਾਲ ਲੋਕੀ ਮੰਨਦੇ ਆ, ਸੁਣਦੇ ਆ। ਔਰ ਉਹਨਾਂ ਨੇ ਕਈ ਹੋਰ ਐਸੀ ਜਿਹੜੀ ਕਹਿ ਸਕਦੇ ਹੋ ਕਿ ਤੁਸੀਂ ਲੋਕਾਂ ਨੂੰ ਸੰਦੇਸ਼ ਦਿੱਤੇ ਜਿਹਦੇ ਨਾਲ ਮਾਨਵਤਾ ਦੀ ਭਲਾਈ ਹੋ ਸਕਦੀ ਹੈ। ਇਸ ਕਰਕੇ ਸਾਡੇ ਗੁਰੂਆਂ ਦਾ ਸਨਮਾਨ ਬਹੁਤ ਜ਼ਿਆਦਾ ਹੈ। ਤਾਂ ਮੈਂ ਸਮਝਦਾ ਕਿ ਇੱਕ ਤਾਂ ਦਰਸ਼ਨ ਲਈ ਬੜਾ ਵਧੀਆ ਹੋ ਜਾਏਗਾ। ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਾਫੀ ਜਿਹੜਾ ਬਿਜ਼ਨਸ ਹੈ ਪੰਜਾਬ ਵਾਲੇ ਪਾਕਿਸਤਾਨ ਦੇ ਲਈ ਔਰ ਸਾਡੇ ਹਿੰਦੁਸਤਾਨ ਦੇ ਲਈ ਕਾਫੀ ਕੁਝ ਐਸਾ ਵਪਾਰਿਕ ਮਾਹੌਲ ਹੈ ਜਿਹਦੇ ਨਾਲ ਸਾਡਾ ਕਾਰੋਬਾਰ ਪੰਜਾਬ ਦੇ ਵਿੱਚ ਬਹੁਤ ਵੱਧ ਸਕਦਾ, ਪੂਰੇ ਹਿੰਦੁਸਤਾਨ ਨੂੰ ਉਹਦਾ ਫਾਇਦਾ ਹੋ ਸਕਦਾ। ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਅਫਗਾਨਿਸਤਾਨ, ਤੁਰਕਮਿਸਤਾਨ ਜਾਂ ਹੋਰ ਈਰਾਨ, ਇਰਾਕ ਜਿਹੜਾ ਉੱਥੋਂ ਬਾਇਆ ਰੋਡ ਜਿਹੜਾ ਇਸ ਤਰ੍ਹਾਂ ਪਾਕਿਸਤਾਨ ਦੇ ਰਾਹੀਂ ਆਪਣੇ ਕੋਲ ਆ ਸਕਦਾ, ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ। ਉਹਦਾ ਅਸਰ ਜਿਹੜਾ ਹੈ ਇਕੱਲਾ ਵਪਾਰ ਦੇ ਨਾਲ ਜਿਹੜਾ ਸਾਡੇ ਇੱਕ ਦੂਜੇ ਦਾ ਸਮਾਨ ਵਿਕਰੀ ਹੋਏਗੀ, ਪੈਸਾ ਆਏਗਾ, ਟੈਕਸਿਸ ਮਿਲਣਗੇ, ਔਰ ਉਸ ਦੇ ਨਾਲ ਜਿਸ ਤਰੀਕੇ ਨਾਲ ਰੋਜ਼ਗਾਰ ਵਧੇਗਾ। ਉਹਨਾਂ ਨੇ ਇਹ ਵੀ ਵਿਜ਼ਨ ਦੱਸਿਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਮਿਲੇਗਾ। 20-25 ਹਜ਼ਾਰ ਇੰਪਲੋਇਮੈਂਟ ਜਿਹੜੀ ਕਹਿ ਸਕਦੇ ਕਿ ਉਹਦੇ ਨਾਲ ਸਿੱਧੀ ਜੁੜੀ ਹੋਏਗੀ, ਉਹਦਾ ਇੱਕ ਫਾਇਦਾ ਹੋਏਗਾ। ਇਹਦੇ ਨਾਲ ਵੀ ਖੁਸ਼ਹਾਲੀ ਆਏਗੀ ਔਰ ਪਾਕਿਸਤਾਨ ਵੱਲ ਵੀ ਇਹਦੇ ਨਾਲ ਫਾਇਦਾ ਹੋਏਗਾ। ਔਰ ਇਹ ਜਿਹੜੀ ਸਭ ਚੀਜ਼ਾਂ ਨੇ ਮੈਂ ਕਹਿੰਦਾ ਬਹੁਤ ਵਧੀਆ। ਔਰ ਉਹਨਾਂ ਨੇ ਲਗਾਤਾਰ ਇਸ ਗੱਲ ਦਾ ਸੰਦੇਸ਼ ਦਿੱਤਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਆਪਸ 'ਚ ਦੋਸਤੀ ਦਾ ਜਿਹੜਾ ਪੈਗਾਮ ਹੈ, ਦੋਸਤੀ ਯਾਰੀ ਵਧਣੀ ਚਾਹੀਦੀ ਹੈ, ਉਹਦੇ 'ਚ ਕੋਈ ਬੁਰਾਈ। ਹਵਾਵਾਂ 'ਚ ਖੁਸ਼ੀਆਂ ਨੇ। ਹਰ ਬੰਦਾ ਉਸ ਧਰਤੀ ਦੇ ਉੱਤੇ ਇੱਕ ਮੁਸਕਾਨ ਲੈ ਕੇ, ਇੱਕ ਨਵੀਂ ਉਮੰਗ ਤਰੰਗ, ਜਿਵੇਂ ਕੋਈ ਨਵਾਂ ਸੂਰਜ ਉਦੈ ਹੋਇਆ ਹੁੰਦਾ, ਉਸ ਤਰ੍ਹਾਂ ਦੀ ਖੁਸ਼ੀ ਦੇ ਵਿੱਚ ਹੈ। ਨਵੀਂ ਸਵੇਰ ਦੀ ਉਮੰਗ 'ਚ ਹੈ। ਲਾਂਘਾ ਖੁੱਲਿਆ, ਮੈਂ ਸ਼ੁਕਰਾਨਾ ਕਰਦਾ। ਪਹਿਲਾਂ ਬਣਿਆ ਸੀ ਉਦੋਂ ਵੀ ਸ਼ੁਕਰਾਨਾ ਕੀਤਾ ਸੀ। ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਜੀ ਔਰ ਉਧਰਲੇ ਪਾਸੇ ਇਮਰਾਨ ਖਾਨ ਸਾਹਿਬ, ਇਹ ਦੋਵਾਂ ਦੇ ਐਫਰਟਸ ਦੇ ਨਾਲ ਅੱਜ ਫੇਰ 12 ਕਰੋੜ ਨਾਨਕ ਨਾਮ ਲੇਵਾ ਉੱਥੇ ਜਾ ਕੇ ਮੱਥਾ ਲਾ ਕੇ 21 ਪੁਸ਼ਤਾਂ ਤਰਦੀਆਂ ਨੇ। ਇੱਕ ਸਕਾਰਾਤਮਕ ਊਰਜਾ ਆਪਣੇ ਚਾਨਣ ਮਨਾਰੇ ਤੋਂ ਸੇਧ ਲੈ ਕੇ ਆਉਂਦੇ ਆ। ਮੈਂ ਉਹ ਗੱਲ ਕਰਦਾ ਜਿਹੜੀ ਨਾ ਸਿਰਫ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਬਦਲ ਸਕੇ, ਬਲਕਿ ਲੋਕਾਂ ਨੂੰ ਖੁਸ਼ਹਾਲ ਕਰ ਸਕੇ, ਇਕਨੋਮਿਕ ਪ੍ਰੋਸਪੈਰਿਟੀ ਲਿਆ ਸਕੇ, ਇੱਜ਼ਤ ਦੀ ਰੋਟੀ ਦੇ ਸਕੇ, ਇੱਕ ਨੂੰ ਨਹੀਂ ਕਈਆਂ ਨੂੰ। ਜੀ ਮੋਹਰਾ ਸਾਹਿਬ, ਅਸੰਖ ਸੰਭਾਵਨਾਵਾਂ ਦੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ। ਇੱਕ ਤਾਂ ਵਪਾਰ ਦੀ ਗੱਲ ਤਾਂ ਕੀਤੀ ਹੈ, ਨਾਲ ਦੀ ਨਾਲ ਸਿਲਕ ਰੂਟ ਦੀ ਵੀ ਗੱਲ ਕਰ ਗਏ ਅੱਜ ਕਿ ਸਿਲਕ ਰੂਟ ਖੁੱਲ੍ਹੇਗਾ ਤਾਂ ਭਾਰਤ ਦੀ ਜਿਹੜੀ ਪਹੁੰਚ ਹੈ, ਭਾਰਤ ਦੇ ਬਣੇ ਹੋਏ ਮਾਲ ਦੀ ਪਹੁੰਚ ਹੈ ਉਹ ਮੱਧ ਪੂਰਬ ਦੇ ਦੇਸ਼ਾਂ ਤੱਕ ਹੋ ਜੂਗੀ, ਸੈਂਟਰਲ ਏਸ਼ੀਆ ਤੱਕ ਹੋ ਜੂਗੀ। ਤੁਰਕਮੇਨਿਸਤਾਨ, ਅਫਗਾਨਿਸਤਾਨ, ਤਜਾਕਿਸਤਾਨ, ਕਜ਼ਾਕਿਸਤਾਨ, ਬਹੁਤ ਸਾਰੇ ਅਜਿਹੇ ਮੁਲਕ ਨੇ ਜਿੱਥੇ ਭਾਰਤ ਦਾ ਸਮਾਨ ਇੱਕ ਖੁੱਲ੍ਹੀ ਮੰਡੀ ਦੇ ਤੌਰ 'ਤੇ ਜਾ ਕੇ ਵੇਚਿਆ ਜਾ ਸਕੂਗਾ। ਇੱਥੋਂ ਤੱਕ ਸਿੱਧੂ ਸਾਹਿਬ ਨੇ ਕਹਿ ਦਿੱਤਾ ਕਿ ਜਿਹੜੀ ਕਣਕ ਭਾਰਤ ਦੇ ਵਿੱਚ 1700 ਤੋਂ 2000 ਰੁਪਏ ਤੱਕ ਵਿਕਦੀ ਹੈ, ਜੇ ਬਾਰਡਰ ਖੁੱਲ੍ਹਦੇ ਨੇ ਤਾਂ 3000 ਤੱਕ ਤੁਸੀਂ ਉਹ ਕਣਕ ਵੇਚ ਸਕਦੇ ਹੋ। ਭਾਰਤ ਦੇ ਜਿਹੜੇ ਬਾਸਮਤੀ ਦੇ ਚੌਲ ਨੇ 8000 ਰੁਪਏ ਤੱਕ ਪ੍ਰਤੀ ਕੁਇੰਟਲ ਵੇਚੇ ਜਾ ਸਕਦੇ ਨੇ। ਪਾਕਿਸਤਾਨ ਦੀ ਮੰਡੀ ਦੀ ਗੱਲ ਕੀਤੀ ਹੈ, ਪਾਕਿਸਤਾਨ ਦੇ ਵਿੱਚ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਨੇ, ਭਾਰਤ ਦੇ ਵਿੱਚ ਘੱਟ ਨੇ। ਭਾਰਤੀ ਸਬਜ਼ੀਆਂ ਜੇ ਪਾਕਿਸਤਾਨ 'ਚ ਜਾ ਕੇ ਵਿਕਣ, ਕਿਸਾਨਾਂ ਦਾ ਕਿੰਨਾ ਜ਼ਿਆਦਾ ਫਾਇਦਾ। ਫਿਰ ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ ਕਿੰਨਾ ਖੇਡਾਂ ਦਾ ਸਮਾਨ ਬਣਦਾ, ਲੁਧਿਆਣਾ 'ਚ ਕਿੰਨਾ ਹੌਜ਼ਰੀ ਦਾ ਸਮਾਨ ਬਣਦਾ ਹੈ। ਇਹ ਸਾਰਾ ਮਾਲ ਪਾਕਿਸਤਾਨ ਦੇ ਵਿੱਚ ਮੰਡੀ ਹੈ, ਬਹੁਤ ਵੱਡੀ ਮੰਡੀ ਹੈ, ਹੋਰ ਮੱਧ ਪੂਰਬ ਦੇ ਦੇਸ਼ਾਂ ਦੀ ਮੰਡੀ ਹੈ। ਇਹ ਸਾਰੀ ਸਾਡੇ ਲਈ ਜੇ ਮਾਰਕੀਟ ਖੁੱਲ੍ਹ ਜਾਂਦੀ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਪੂਰੇ ਉੱਤਰੀ ਭਾਰਤ ਦੇ ਵਿੱਚ ਇੱਕ ਇਕਨੋਮਿਕ ਬੂਮ ਆ ਸਕਦਾ, ਲੋਕਾਂ ਦੀ ਜ਼ਿੰਦਗੀ ਸੁਧਰ ਸਕਦੀ ਹੈ, ਆਮਦਨ ਲੋਕਾਂ ਦੀ ਵੱਧ ਸਕਦੀ ਹੈ। ਔਰ ਬਹੁਤ ਵੱਡੇ ਵਿਜ਼ਨ ਦੀ ਗੱਲ ਅੱਜ ਸਿੱਧੂ ਸਾਹਿਬ ਨੇ, ਮੌਰਿਆ ਸਾਹਿਬ ਕੀਤੀ ਹੈ।
ਦੇਖੋ ਜਗਦੀਸ਼ ਜੀ ਇਹ ਬਿਲਕੁਲ ਸਹੀ ਕਹਿ ਰਹੇ ਹੋ। ਇਹ ਜਿਹੜਾ ਸਿਲਕ ਰੋਡ ਦੀ ਗੱਲ ਕੀਤੀ ਸਿੱਧੂ ਸਾਹਿਬ ਨੇ, ਇਹਦੇ ਨਾਲ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਜਿਹੜੇ ਕੰਟਰੀਜ਼ ਨੇ, ਇਸਲਾਮਿਕ ਕੰਟਰੀ ਹੈ, ਉੱਥੇ ਡਾਇਰੈਕਟ ਮਾਲ ਜਾ ਸਕਦਾ ਜੇ ਸਿਲਕ ਰੋਡ ਬਣ ਜਾਂਦਾ। ਤੁਸੀਂ ਦੇਖੋ ਚਾਈਨਾ ਵੀ ਇੱਕ ਰੋਡ ਬਣਾ ਰਿਹਾ ਜਿਹਦਾ ਕਾਫੀ ਭਾਰਤ ਨੇ ਵਿਰੋਧ ਵੀ ਕੀਤਾ, ਹਾਲਾਂਕਿ ਉਹ ਬਣਾਉਣ ਦੇ ਵਿੱਚ ਕਾਫੀ ਕਾਮਯਾਬ ਹੋ ਗਏ। ਪਾਕਿਸਤਾਨ ਦੇ ਵਿੱਚ ਉਹ ਰੋਡ ਨਿਕਲਦਾ ਹੈ। ਤੇ ਉਸੇ ਤਰੀਕੇ ਨਾਲ ਭਾਰਤ ਦੀ ਵੀ ਕਿਤੇ ਨਾ ਕਿਤੇ ਸਟ੍ਰੈਟਜੀ ਹੈਗੀ ਹੈ ਕਿ ਅਗਰ ਦੋਨਾਂ ਦੇਸ਼ਾਂ 'ਚ ਕੋਈ ਸਹਿਮਤੀ ਬਣ ਜਾਏ ਤਾਂ ਮੈਂ ਕਹਿੰਦਾ ਇਹਦੇ ਨਾਲ ਬਹੁਤ ਵਧੀਆ ਰਸਤਾ ਇਖਤਿਆਰ ਹੋਏਗਾ ਔਰ ਭਾਰਤ ਤੇ ਪਾਕਿਸਤਾਨ ਨੂੰ ਬਹੁਤ ਫਾਇਦਾ ਹੋਏਗਾ। ਔਰ ਭਾਰਤ ਦੀ ਜਿੱਥੇ ਤੱਕ ਤੁਸੀਂ ਗੱਲ ਕੀਤੀ, ਖਾਸ ਤੌਰ ਤੇ ਪੰਜਾਬ ਤੋਂ ਸਬਜ਼ੀਆਂ ਜਾ ਸਕਦੀਆਂ, ਸਾਡਾ ਝੋਨਾ, ਸਾਡੀ ਕਣਕ ਹੈ, ਭਾਵੇਂ ਉਹ ਭਾਰਤ ਦੇ ਵਿੱਚ ਕਾਫੀ ਹੈ, ਪਰ ਫਿਰ ਵੀ ਹੁਣ ਤੁਸੀਂ ਦੇਖੋ ਕਈ ਸਟੇਟਾਂ ਦੇ ਵਿੱਚ ਝੋਨਾ ਔਰ ਕਣਕ ਕਾਫੀ ਪੈਦਾਵਾਰ ਹੋਣ ਲੱਗ ਪਈ ਹੈ। ਔਰ ਕਿਤੇ ਨਾ ਕਿਤੇ ਕਈ ਵਾਰ ਅਸੀਂ ਖਬਰਾਂ ਵੀ ਪੜ੍ਹਦੇ, ਗੋਦਾਮ 'ਚ ਕਾਫੀ ਵੱਡੇ ਪੈਮਾਨੇ 'ਤੇ ਜਿਹੜਾ ਅਨਾਜ ਸੜ ਗਿਆ ਜਾਂ ਹੋਰ ਕਈ ਤਰੀਕੇ ਦੀ ਪ੍ਰੋਬਲਮਸ ਆ ਰਹੀਆਂ। तो ਜਿਹੜਾ ਅਸੀਂ FCI ਦੇ ਗੋਦਾਮਾਂ 'ਚ ਕਈ ਸਾਲ ਤੱਕ ਇਕੱਠਾ ਰੱਖਦੇ ਹਾਂ ਔਰ ਉਹਨੂੰ ਬਾਹਰ ਨਹੀਂ ਕੱਢਦੇ, ਕਈ ਵਾਰੀ ਖਰਾਬ ਵੀ ਹੋ ਜਾਂਦਾ। ਮੈਨੂੰ ਲੱਗਦਾ ਕਿ ਉਹਦੇ 'ਚ ਕੁਝ ਸਮੇਂ ਲਈ, ਜਿਵੇਂ ਆਪਾਂ ਜਿਹਨੂੰ ਕਹਿ ਸਕਦੇ ਫੂਡ, ਜਿਹੜਾ ਕਣਕ ਜਾਂ ਝੋਨਾ, ਉਹਨੂੰ ਕਾਫੀ ਲੰਬੇ ਸਮੇਂ ਤੱਕ ਸਟੋਰੇਜ ਵੀ ਕਰੀਏ ਤਾਂ ਕੁਝ ਕੱਢਦੇ ਵੀ ਰਹੀਏ ਨਾਲ ਤਾਂ ਉਹ ਵੀ ਖਰਾਬ ਨਹੀਂ ਹੋਏਗਾ। ਔਰ ਦੂਜੀ ਗੱਲ, ਸਾਡੇ ਕਿਸਾਨਾਂ ਨੂੰ ਉਹਦੀ ਜਿਹੜੀ ਫਸਲ ਦੀ ਕੀਮਤ ਹੈ ਵੱਡੇ ਲੈਵਲ 'ਤੇ ਔਰ ਵਧੀਆ ਕੀਮਤ ਮਿਲ ਜਾਏਗੀ। ਔਰ ਇਹੀ ਇੱਕ ਵੱਡਾ ਰੀਜ਼ਨ ਹੈ ਕਿ ਦੋਨਾਂ ਨੂੰ ਖੁਸ਼ਹਾਲੀ ਜਿਹੜਾ ਇਹ ਦੇ ਸਕਦਾ ਮਾਮਲਾ। ਔਰ ਸਿੱਧੂ ਸਾਹਿਬ ਦਾ ਜਿਹੜਾ ਵਿਜ਼ਨ ਹੈ, ਇੱਥੋਂ ਹੀ ਇੱਕ ਗੱਲ ਕਲੀਅਰ ਲੱਗਦੀ ਕਿ ਉਹ ਸਿਰਫ ਗੱਲ ਦੇਖੋ, ਗੱਲ ਸਿੱਤਾ ਦੀ ਸਿਆਸਤ ਤੱਕ ਪਹੁੰਚਣ ਦੀ ਗੱਲ ਨਹੀਂ ਹੈ। ਇੱਕ ਵਿਜ਼ਨ ਹੈ ਉਹਨਾਂ ਦਾ ਕਿ ਉਹ ਚਾਹੁੰਦੇ ਕਿ ਪੰਜਾਬ ਜੋ ਕਿ ਪਿਛੜਦਾ ਜਾ ਰਿਹਾ ਬੇਵਜ੍ਹਾ ਤਰੀਕੇ ਨਾਲ, ਖਾਸ ਤੌਰ 'ਤੇ ਕਰਜ਼ੇ ਦੇ ਨਾਲ, ਸਾਡੀ ਇਕੋਨਮੀ ਡਾਊਨ ਰਹਿੰਦੀ ਆ, ਆਏ ਦਿਨ ਪ੍ਰਦਰਸ਼ਨ ਧਰਨੇ ਹੁੰਦੇ ਰਹਿੰਦੇ, ਨੌਕਰੀ ਲੋਕੀ ਮੰਗਦੇ ਰਹਿੰਦੇ ਆ, ਜਾਂ ਸਾਡੀ ਡਿਵੈਲਪਮੈਂਟ ਜਿਹੜੀ ਤੇਜ਼ੀ ਨਾਲ ਨਹੀਂ ਹੋ ਰਹੀ, ਖਜ਼ਾਨੇ 'ਚ ਦਬਾਅ ਪਿਆ ਰਹਿੰਦਾ। ਇਹ ਸਾਰੀਆਂ ਦਿੱਕਤਾਂ ਕਿਤੇ ਨਾ ਕਿਤੇ ਇਸ ਵਿਜ਼ਨ 'ਤੇ ਦੂਰ ਹੋ ਜਾਣਗੀਆਂ। ਇੱਕ ਜਦੋਂ ਆਪਣੇ ਘਰ ਦੇ ਵਿੱਚ ਅਸੀਂ ਕੁਝ ਠੀਕ ਕਰਾਂਗੇ ਔਰ ਸਾਡਾ ਜਿਹੜਾ ਬਿਜ਼ਨਸ ਵਪਾਰ ਜਦੋਂ ਵਧੀਆ ਚੱਲਣ ਲੱਗ ਪਏਗਾ, ਨੋ ਡਾਊਟ ਕਿ ਪੰਜਾਬ ਦੇ ਵਿੱਚ ਪੈਸਾ ਬਹੁਤ ਆਏਗਾ। ਸਾਡੇ ਲੁਧਿਆਣੇ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਜ਼ਿਆਦਾ ਹੌਜ਼ਰੀ ਇੰਡਸਟਰੀ ਹੈ, ਸਾਈਕਲ ਦੀ ਬੜੀ ਵੱਡੀ ਇੰਡਸਟਰੀ ਹੈ, ਜਲੰਧਰ ਦੇ ਵਿੱਚ ਖੇਡਾਂ ਦਾ ਬਹੁਤ ਸਮਾਨ ਵਿਕਦਾ, ਔਰ ਅੰਮ੍ਰਿਤਸਰ 'ਚ ਵੀ ਕਈ ਵਪਾਰਿਕ ਹੈਗੀ ਜਗ੍ਹਾ ਜਿੱਥੇ ਕਾਫੀ ਸਮਾਨ ਵੇਚਿਆ ਜਾ ਸਕਦਾ, ਖਰੀਦਿਆ ਜਾ ਸਕਦਾ। ਤਾਂ ਇਹ ਤਿੰਨੋਂ ਜਿਹੜੇ ਡਿਸਟ੍ਰਿਕਟ ਹੈਗੇ ਆ, ਇਹਨਾਂ ਤੋਂ ਜਦੋਂ ਵੱਡੇ ਲਾਰਜ ਸਕੇਲ 'ਤੇ ਬਿਜ਼ਨਸ ਉੱਧਰ ਜਾਏਗਾ, ਸਾਡੇ ਕੋਲ ਇਕੋਨਮੀ ਸਾਡੀ ਹੋਰ ਰਫਤਾਰ ਫੜੇਗੀ। ਹਾਲਾਂਕਿ ਸਾਡੇ ਭਾਰਤ ਦੇ ਵਿੱਚ ਵੀ ਇਹ ਸਾਡਾ ਜਿਹੜਾ ਮਾਲ ਆ ਲੁਧਿਆਣੇ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਜਾਂਦਾ, ਜਾਂ ਤੁਸੀਂ ਸਾਈਕਲ ਇੰਡਸਟਰੀ ਦੀ ਗੱਲ ਕਰੋ, ਖੇਡਾਂ ਦਾ ਸਮਾਨ ਸਾਡੇ ਹਿੰਦੁਸਤਾਨ 'ਚ ਵਿਕਦਾ ਔਰ ਫੋਰਨ ਵੀ ਜਾਂਦਾ। ਪਰ ਜੋ ਕਿ ਸੂਬਾ ਸਾਡਾ ਗੁਆਂਢੀ ਜਿਹੜਾ ਪਾਕਿਸਤਾਨ ਹੈ, ਇੱਥੇ ਵੀ ਬਹੁਤ ਵੱਡੇ ਪੈਮਾਨੇ 'ਤੇ ਬਿਜ਼ਨਸ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਉੱਥੇ ਕਾਫੀ ਮਹਿੰਗਾਈ ਹੈ, ਅਗਰ ਸਾਡਾ ਸਮਾਨ ਉੱਥੇ ਜਾਂਦਾ ਤਾਂ ਕੁਝ ਸਸਤਾ ਵਿਕੇਗਾ। ਤੁਸੀਂ ਦੇਖੋ ਅੱਜ ਚਾਈਨਾ ਦੀ ਗੱਲ ਕਰੀਏ, ਚਾਈਨਾ ਜਿਹੜੀ ਵਰਲਡ ਦੀ ਕਾਫੀ ਕੰਟਰੀਜ਼ ਦੇ ਵਿੱਚ ਉਹਨਾਂ ਦਾ ਉੱਥੇ ਬਿਜ਼ਨਸ ਹੋ ਰਿਹਾ, ਵੱਡੇ ਲੈਵਲ 'ਤੇ ਉਹਨਾਂ ਦਾ ਸਮਾਨ ਵਿਕਣ ਜਾਂਦਾ। ਇਸ ਕਰਕੇ ਹੁਣ ਤੁਸੀਂ ਤਾਜ਼ਾ ਰਿਪੋਰਟਸ ਦੇਖੋ, ਉੱਥੇ ਕਿਹਾ ਕਿ ਚਾਈਨਾ ਦੀ ਜਿਹੜੀ ਇਕੋਨਮੀ ਨੰਬਰ 1 'ਤੇ ਆ ਗਈ, ਉਹਨੇ ਅਮਰੀਕਾ ਨੂੰ ਪਛਾੜ ਦਿੱਤਾ। ਸੋ ਗੱਲ ਲੜਾਈਆਂ ਦੇ ਨਾਲ ਨਹੀਂ ਕੁਝ ਹੋਣਾ, ਬਿਜ਼ਨਸ ਨਾਲ ਹੀ ਸਭ ਕੁਝ ਹੋਣਾ। ਔਰ ਚਾਈਨਾ ਤੁਸੀਂ ਦੇਖੋ ਨੰਬਰ 1 ਦੀ ਪੋਜੀਸ਼ਨ 'ਤੇ ਜਾ ਰਿਹਾ ਹੈ। ਤਾਂ ਹਿੰਦੁਸਤਾਨ, ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਕਹਿੰਦੇ ਆਤਮ ਨਿਰਭਰ ਭਾਰਤ, ਉਹਨਾਂ ਦੇ ਇੱਕ ਮੈਕੈਨਿਜ਼ਮ ਜਿਹੜਾ ਕਿਹਾ ਕਿ ਇੰਡੀਆ ਦਾ ਮੈਕੈਨਿਜ਼ਮ ਸੋਲਿਡ ਕਰੋ ਔਰ ਸਾਡੇ ਬੱਚੇ ਜਿਹੜੇ ਟੈਲੈਂਟਡ ਨੇ ਉਹਨਾਂ ਨੂੰ ਉਦਯੋਗਾਂ ਦੇ ਵਿੱਚ ਹੋਰ ਅੱਛੇ ਕੰਮਾਂ 'ਚ ਲੈ ਕੇ ਆਓ। ਅਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੀ ਇਹ ਵਿਜ਼ਨ ਬਣਾਈ ਬੈਠੀ ਹੈ ਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਦੇਖੋ ਹਾਲ ਦੇ ਵਿੱਚ ਡਿਫੈਂਸ ਦਾ ਕਾਫੀ ਕੰਮ ਸਾਡੇ ਇੰਡੀਆ 'ਚ ਹੋਣ ਲੱਗ ਪਿਆ, ਜਹਾਜ਼ ਬਣਨ ਲੱਗ ਪਏ, ਪਿਸਟਲਾਂ ਬਣਨ ਲੱਗ ਪਈਆਂ, ਔਰ ਜਿਹੜੀ ਸਾਡੀ ਇਹ ਇੰਡਸਟਰੀ ਦਾ ਸਮਾਨ ਹੈ ਉਹ ਫੋਰਨ ਦੇ ਵਿੱਚ ਵੀ ਕਈ ਦੇਸ਼ਾਂ ਨੂੰ ਜਾਣ ਲੱਗ ਪਿਆ। ਤਾਂ ਜੇ ਸਾਡੀ ਇੰਡਸਟਰੀ ਹਥਿਆਰ ਬਣਾ ਸਕਦੀ ਹੈ ਔਰ ਵਿਦੇਸ਼ਾਂ 'ਚ ਐਕਸਪੋਰਟ ਕਰ ਸਕਦੀ ਹੈ, ਤਾਂ ਤੁਸੀਂ ਦੇਖੋ ਜੇ ਸਾਡਾ ਇੱਧਰ ਦਾ ਕਿਸਾਨੀ ਦਾ ਮਸਲਾ ਵੀ ਕਾਫੀ ਹੱਦ ਤੱਕ ਜੇ ਉੱਧਰ ਹੁੰਦਾ ਤਾਂ ਉਹਦੇ ਨਾਲ ਸਾਡੇ ਕਿਸਾਨੀ ਨੂੰ ਵੀ ਕਿੰਨਾ ਮੇਜਰ ਫਾਇਦਾ ਹੋਣ ਵਾਲਾ ਹੈ, ਇਹ ਆਪਾਂ ਕਲਪਨਾ ਨਹੀਂ ਕਰ ਸਕਦੇ। ਤਾਂ ਜਿੱਥੇ ਹਿੰਦੁਸਤਾਨ ਪਹਿਲਾਂ ਬਾਹਰੋਂ ਸਮਾਨ ਮੰਗਾਉਂਦਾ ਸੀਗਾ, ਹਥਿਆਰ ਮੰਗਵਾਉਂਦਾ ਸੀਗਾ, ਅਤੇ ਅੱਜ ਉਹ ਆਪਣਾ ਨਿਰਮਾਣ ਕਰਨ ਲੱਗ ਪਿਆ ਹੈ ਸਮਾਨ ਦਾ। ਅਤੇ ਜੇ ਸਾਡਾ ਪੰਜਾਬ ਦੇ ਵਿੱਚ ਵੀ ਕਾਫੀ ਐਸੀ ਆਈਟਮਸ ਨੇ ਜਿਹੜੀ ਪਾਕਿਸਤਾਨ ਜਾ ਸਕਦੀਆਂ, ਜਾਂ ਸਾਡੇ ਹਿੰਦੁਸਤਾਨ ਦੇ ਹੋਰ ਸੂਬਿਆਂ 'ਚ ਜੋ ਕੋਈ ਜਿਵੇਂ ਗੁਜਰਾਤ ਦੀ ਇੰਡਸਟਰੀ 'ਚ ਕੱਪੜਾ ਬੜਾ ਬਣਦਾ, ਫੋਰਨ ਵੀ ਜਾਂਦਾ, ਪੂਰੇ ਹਿੰਦੁਸਤਾਨ ਦੀ ਖਪਤ ਕਰਦਾ, ਤਾਂ ਹੋ ਸਕਦਾ ਕਿ ਇਹ ਰਾਸਤਾ ਵੀ ਸਾਡੇ ਲਈ ਬੜਾ ਈਜ਼ੀ ਹੋ ਜਾਏ ਕਿ ਇੱਧਰੋਂ ਬਾਇਆ ਅੰਮ੍ਰਿਤਸਰ ਦੇ ਰੂਟ ਤੋਂ ਜਿਹੜੇ ਹੋਰ ਅਰੇਬੀਅਨ ਕੰਟਰੀਜ਼ ਨੇ ਉੱਥੇ ਕੱਪੜਾ ਜਾਵੇ। ਔਰ ਕਿਉਂਕਿ 에ਅਰਲਾਈਨਸ ਜਾਂ ਸਮੁੰਦਰੀ ਜਹਾਜ਼ ਨਾਲ ਜਿਹੜਾ ਮਹਿੰਗਾ ਕਿਹਾ ਜਾ ਰਿਹਾ ਵੀ ਜਿਹੜਾ ਇਹਦੇ 'ਤੇ ਕਿਰਾਇਆ ਪੈਂਦਾ, ਉਹ ਬਾਇਆ ਟਰਾਂਸਪੋਰਟ ਹੋ ਸਕਦਾ ਸਸਤਾ ਵੀ ਹੋਵੇ ਕੁਝ, ਉਹਦੇ ਨਾਲ ਸਾਨੂੰ ਬੜਾ ਫਾਇਦਾ ਹੋਏਗਾ। ਸੋ ਸਿੱਧੂ ਸਾਹਿਬ ਦਾ ਜੋ ਵਿਜ਼ਨ ਹੈ, ਮੈਂ ਸਮਝਦਾ ਕਿ ਇਹ ਬਹੁਤ ਅੱਛਾ ਵਿਜ਼ਨ ਹੈ ਔਰ ਸਟੇਟ ਦੀ ਇਕੋਨਮੀ ਨੂੰ ਅੱਗੇ ਗਰੋਥ ਕਰਾਉਣ ਵਾਲਾ ਹੈ।
ਮੋਰਾ ਸਾਹਿਬ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦੇ ਹਾਂ। ਅੱਜ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਗੱਲਾਂ ਕਹੀਆਂ, ਖਾਸ ਤੌਰ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਲਾਨ ਤਾਂ ਕਰ ਦਿੱਤਾ ਖੇਤੀ ਕਾਨੂੰਨ ਵਾਪਸ ਲੈਣ ਦਾ, ਪਰ ਕਿਸਾਨਾਂ ਨੂੰ ਅਜੇ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਜਦੋਂ ਤੱਕ ਸੰਸਦ ਦੇ ਵਿੱਚ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨ ਡਟੇ ਰਹਿਣ, ਆਪਣਾ ਸੰਘਰਸ਼ ਕਰਦੇ ਰਹਿਣ। ਨਾਲ ਦੀ ਨਾਲ MSP ਤੇ ਕਾਨੂੰਨ ਬਣਾਉਣ ਦੀ ਵੀ ਉਹਨਾਂ ਨੇ ਹਮਾਇਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕਿਸਾਨਾਂ ਦੀ ਜਿਹੜੀ ਲਾਈਫ ਲਾਈਨ ਹੈ MSP, ਕਿਸਾਨਾਂ ਦਾ ਕੰਮ ਘੱਟੋ ਘੱਟ ਸਮਰਥਨ ਮੁੱਲ ਤੋਂ ਬਿਨਾਂ ਨਹੀਂ ਚੱਲਦਾ ਤੇ ਕੇਂਦਰ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਤੈਅ ਜ਼ਰੂਰ ਕਰਨੇ ਚਾਹੀਦੇ ਨੇ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? देखो जगदीश जी चन्नी साहब ने जो किया है ठीक है, एक राजनीतिक जिन्हों कह सकते कि हवा दे विच कई गल्लां होंदियां ते चन्नी साहब ने किया ठीक है किसानों को, क्योंकि देखो वैसे तो एक गल हुंदी कि प्रधान मंत्री जदों नैशनल मीडिया ते आके गल करे कि वो जिहड़े 3 खेती कानून आ उन्होंने रद्द करनगे और पार्लीमेंट 'च बकायदा दा बिल जिहड़ा रिपील किया जाएगा तो वापस लिता जाएगा, तो ये गल देखो प्रधानमंत्री लैवल ते कोई इदां दी गल्लां झूठ नहीं होंदियां। पर फिर भी जिद्दां किसानां दी होर हुण MSP ते कहंदे पे कोई गारंटी कानून बनाया जाए या बिजली बिल संशोधन किया जाए और सीड बिल वापस लिता जाए, इदां दे कई होर बिल हैगे जिहदे ते चर्चा हो रही है। तो चन्नी साहब का कहना किते न किते ये गल लगदा है कि भी किते सरकार मुकर ना जाए तो किसानों को जल्दी इस मामले दे विच पिछे नहीं हटना चाहिए, क्योंकि कई बार राजनीति 'च धोखे भी हो जाते हैं। पर मैं समझदा कि भारत जिहड़े प्रधानमंत्री नरेंद्र मोदी साहब ने जदों कोई गल कहंदे खास तौर पर एडे वड्डे लैवल पर गल कही जाए तो वह गल झूठ नहीं होंदी। हाँ, ये गल ठीक है कि जिथे तक इंतजार करने की गल है तो मैं समझदा कि शांति जिद्दां शांति दे नाल किसानां ने दिल्ली विच तक हुण तक प्रदर्शन किया और उसनूं देखते हुए किसानां नूं थोड़ा जिहा भावें होर वेट कर लैन, कोई दिक्कत नहीं है। 29 तरीक नूं शायद जिहड़ी संसद चलनी है और उहदे च उन्होंने मोदी साहब ने कहा कि असीं फटाफट इहनूं बिल नूं लिया के उत्थे वापस करांगे। तो मैनूं लगदा कि ये ठीक है कि देखो किसी लैवल ते जाके कोई शंका ना रह जाए, उसनूं देखते हुए जो 7-8 दिन होर किसान उत्थे बैठ जाते तो कोई प्रॉब्लम वाली गल नहीं है। वैसे ये गल जरूर है कि किसान लंबे समय तो संघर्ष कर रहे हैं, वो घर जाना चाहन तो कुछ जा सकते हैं, पर जिथे तक गल हैगी कि भी कानून वापसी लैन की गल तो गल ठीक है। किते न किते किसानों के मन के कोई शंका शुभा हैगी है तो दूर हो जानी चाहिए, ये कोई दिक्कत नहीं। अगर जिथे 1 साल बैठे रहे किसान तो अगर 10 दिन होर बैठ जाएंगे कोई दिक्कत नहीं। हाँ, रवैया किसानों का शांतिप्रिय है और पहला भी सीगा हुण भी है, तो मैनूं लगदा नहीं इहदे कोई परेशानी होनी चाहिए है। केंद्र सरकार नूं भी जल्दबाजी करनी चाहिए है। कोई जिस तरीके नाल किसान जिहड़े कमेटी बनाउण दी गल कर रहे कि भारत सरकार के मंत्रियों की कोई कमेटी बनाई जाए, ਉਹਦੇ 'ਚ अफसरान आन और उन्होंने नाल गल करन, क्योंकि हजे देखो उन्होंने जिहड़ी गल कीती है चैनल ते आके कीती है और ज़मीनी स्तर ते ये भी गल सही है कि मोदी साहब ने ज़मीनी स्तर ते कोई गल नहीं कीती, भाव कि कोई ऐसी टीम नहीं बनाई हजे तक जिहड़ी कि जाके किसानां दी जिहड़ी कमेटी है राकेश टिकैत होना की जिहड़ी संयुक्त किसान मोर्चा होना की जिहड़ी टीम है ਉਹਦੇ ਨਾਲ प्रैक्टिकल जाके ऑन टेबल टॉक करनी चाहिए है। देखो टेबल टॉक तो ही सारे मसले हल होंदे है और मैं समझदा कि भारत सरकार ਇਹਦੇ 'ਚ गंभीरता लियावे और फटाफट कोई कमेटी बिठा के किसानों नाल गलबात करे और उन्होंने असल मुद्दे तक लेके जाओ। देखो चैनल ते गल करना या किसी ते जाके गल करना वो ठीक है, ये उन्हों की कोई गल झूठ नहीं हो जाती, पर उसनूं असली अमली जामा जिन्होंने पहचान की गल जी गल कर सकते हैं वो ऑन टेबल ही होएगी। वो कमेटी जिस तरीके का किसान मंग रहे तो वो कोई हर जरी किसानों की मंग जी है मान लीती जानी चाहिए और एक टेबल टॉक लिए कोई टीम का गठन करके इस मुद्दे को जल्द तो जल्द समाधान करना चाहिए, क्योंकि किसान भी परेशान नहीं होना चाहते और ना ही साडे लोग परेशान होना चाहते हैं। ਜਿਹੜਾ ਕਿ ਸਾਡਾ ਅੰਨਦਾਤਾ ਹੈ ਉਸ ਨੂੰ ਭਿਖਾਰੀ ਬਣਾਉਣ ਦੀ ਜਿਹੜੀ ਸੋਚ ਹੈ ਉਸ ਦੇ ਖਿਲਾਫ ਇਹ ਸੰਘਰਸ਼ ਜਿਹੜਾ ਹੋਇਆ ਸੰਯੁਕਤ ਮੋਰਚਾ ਦਾ ਅੱਜ ਉਸ ਦੀ ਜਿੱਤ ਹੋਈ ਹੈ। ਮੈਂ ਸੰਯੁਕਤ ਮੋਰਚਾ ਨੂੰ, ਖੇਤ ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਡੈਮੋਕ੍ਰੈਟਿਕ ਸਿਸਟਮ ਨੂੰ ਵਧਾਈ ਦਿੰਦਾ ਜਿਹੜਾ ਕਿ ਇਹ ਕਾਨੂੰਨ ਵਾਪਸ ਲਏ ਗਏ ਹੈ। ਵਾਪਸ ਅਜੇ ਹੋਣੇ ਹੈ, ਜਦ ਤੱਕ ਇਹ ਵਾਪਸ ਨਹੀਂ ਹੁੰਦੇ ਸਾਨੂੰ ਪਹਿਰਾ ਦੇਣ ਦੀ ਲੋੜ ਹੈ, ਸਾਨੂੰ ਚੁਕੰਨੇ ਲੈਣ ਦੀ ਲੋੜ ਹੈ। ਇਹ ਨਾ ਹੋਣ ਕਿ ਜੀ ਲੱਡੂ ਮੁੱਕ ਗਏ, ਯਾਰ ਨੇ ਟੁੱਟ ਗਏ, ਭੈੜੀ ਯਾਰੀ ਲੱਡੂਆਂ ਦੀ, ਵੋਟਾਂ ਤੱਕ ਸੀਮਤ ਨਾ ਰਹਿਣ ਇਹ ਲੋਕ। ਇਹ ਕਾਨੂੰਨ ਵਾਪਸ ਦਵਾਉਣੇ ਹੈ ਤੇ MSP ਜਿਹੜਾ ਉਹ ਕਾਨੂੰਨ ਦੇ ਰੂਪ ਵਿੱਚ ਮਿਲੇ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਪੰਜਾਬ ਦੇ ਵਿੱਚ ਕਿਸਾਨ ਹਿਤੈਸ਼ੀ ਹੈ, ਮਜ਼ਦੂਰ ਹਿਤੈਸ਼ੀ ਹੈ, ਹਰ ਵਰਗ ਦੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ
ਤੇ ਜਿਹੜੇ ਕਿਸਾਨ ਮੈਂ ਪਹਿਲਾਂ ਐਲਾਨ ਕਰ ਚੁੱਕਿਆ, ਇਹਦੇ ਵਿੱਚ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਆ। ਇਹ ਕੋਈ ਮੈਂ ਅੱਜ ਨਹੀਂ ਕਹਿ ਰਿਹਾ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਤੇ ਅਸੀਂ ਦੇ ਵੀ ਰਹੇ ਨੌਕਰੀਆਂ। ਅਸੀਂ ਸਾਰਿਆਂ ਨੂੰ, ਉਹਨਾਂ ਨੂੰ, ਇੱਕ ਪਰਿਵਾਰ ਨੂੰ ਨੌਕਰੀ ਦੇ ਰਹੇ। ਜੀ ਮੌਰਿਆ ਸਾਹਿਬ, ਹੁਣ ਗੱਲ ਕਰਦੇ ਹਾਂ ਰਾਮਚੰਦਰ ਜਾਂਗੜਾ ਜੋ ਕਿ ਐਮਪੀ ਨੇ ਰਾਜ ਸਭਾ ਤੋਂ ਬੀਜੇਪੀ ਦੇ, ਉਹਨਾਂ ਨੇ ਬਿਆਨ ਦਿੱਤਾ ਹੈ ਕਿਸਾਨਾਂ ਬਾਰੇ। ਉਸ ਬਿਆਨ ਬਾਰੇ ਗੱਲ ਕਰਦੇ ਹਾਂ। ਬੜੇ ਸਿਆਸੀ ਵਿਰੋਧ ਵੀ ਹੋ ਰਿਹਾ, ਬੜਾ ਮੀਡੀਆ ਦੇ ਵਿੱਚ ਵੀ ਬਿਆਨ ਨੂੰ ਲੈ ਕੇ ਚਰਚਾ ਹੋ ਰਹੀ ਹੈ। ਰਾਮਚੰਦਰ ਜਾਂਗੜਾ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਿਨ੍ਹਾਂ ਦੀ ਮੌਤ ਹੋਈ ਸੀ ਕਿਸਾਨੀ ਸੰਘਰਸ਼ ਦੌਰਾਨ, ਉਹ ਬਹੁਤ ਸਾਰੀਆਂ ਬਿਮਾਰੀਆਂ ਕਰਕੇ ਮਰੇ ਨੇ। ਕੁਝ ਨੂੰ ਡੇਂਗੂ ਹੋ ਗਿਆ ਸੀ, ਕੁਝ ਕਿਸਾਨਾਂ ਨੂੰ ਕਰੋਨਾ ਕਰਕੇ ਕੁਝ ਦੀ ਮੌਤ ਹੋ ਗਈ ਸੀ, ਕੁਝ ਨੂੰ ਹਾਰਟ ਅਟੈਕ ਹੋਏ ਸੀ। ਸਰਕਾਰ ਦੀ ਕਾਰਵਾਈ 'ਚ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ, ਨਾ ਕਿਸੇ ਕਿਸਾਨ ਦੀ ਲਾਠੀ ਲੱਗਣ ਨਾਲ ਮੌਤ ਹੋਈ, ਨਾ ਕਿਸੇ ਸੰਘਰਸ਼ ਦੇ ਵਿੱਚ ਮੌਤ ਹੋਈ ਹੈ। ਸੋ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਦਿੱਤੇ ਜਾਣ ਤੇ ਉਹਨਾਂ ਨੇ ਸਵਾਲ ਚੁੱਕੇ ਨੇ। ਸੋ ਇਸ ਨੂੰ ਲੈ ਕੇ ਸਿਆਸੀ ਵਿਰੋਧ ਹੋ ਰਿਹਾ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਸੋ ਕਿਸਾਨਾਂ ਨੇ ਵੀ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਕਿਸਾਨ ਜਿਹੜੇ ਜਾਨਾਂ ਗਵਾ ਗਏ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਵੇ। ਸੋ ਇਸ ਸ਼ਹੀਦ ਦੇ ਦਰਜੇ ਦੇਣ ਦੀ ਗੱਲ ਤੇ ਜਿਹੜੀ ਸਿਆਸਤ ਹੋ ਰਹੀ ਹੈ, ਸਿਆਸਤ ਨੂੰ ਕਿਵੇਂ ਦੇਖਦੇ ਹੋ ਮੌਰਿਆ ਸਾਹਿਬ? ਦੇਖੋ, ਮੈਂ ਸਮਝਦਾ ਕਿ ਬੀਜੇਪੀ ਦੇ ਲੀਡਰ ਨੇ ਜੋ ਬਿਆਨ ਦਿੱਤਾ ਹੈ ਉਹ ਮੈਂ ਕਹਿੰਦਾ ਕੋਈ ਬਹੁਤ ਅੱਛਾ ਬਿਆਨ ਨਹੀਂ ਹੈ ਪਾਰਟੀ ਵੱਲੋਂ। ਗੱਲ ਇਹ ਹੈ ਕਿ ਕਿਸਾਨ ਆਖਿਰਕਾਰ ਉੱਥੇ ਕਿਉਂ ਗਏ? ਕਿਸਾਨ ਇਸ ਲਈ ਗਏ ਸੀ ਕਿ ਜਿਹੜਾ ਕੇਂਦਰ ਸਰਕਾਰ ਨੇ ਬਿੱਲ ਬਣਾਇਆ ਸੀ, 3 ਖੇਤੀ ਕਾਨੂੰਨ ਬਿੱਲ ਬਣਾਇਆ ਸੀ, ਉਹਦੇ ਸੰਘਰਸ਼ ਦੇ ਲਈ ਗਏ ਸੀਗੇ, ਉਹਨੂੰ ਵਾਪਸ ਕਰਾਉਣ ਦੇ ਲਈ ਗਏ ਸੀ ਔਰ ਲੰਬਾ ਸਮਾਂ ਉੱਥੇ ਰਹੇ। ਸਰਕਾਰ ਨੇ ਜੇ 1 ਸਾਲ ਬਾਅਦ ਉਹੀ ਗੱਲਾਂ ਉਹਨੇ ਸੁਣ ਕੇ ਖੇਤੀ ਕਾਨੂੰਨ ਵਾਪਸ ਲੈ ਲਏ ਤੇ ਸਰਕਾਰ ਪਹਿਲਾਂ ਕਿਉਂ ਨਹੀਂ ਲਿੱਤੇ? ਸਰਕਾਰ ਤੇ ਸਵਾਲ ਉੱਠਦਾ ਹੈ ਕਿ ਜਦੋਂ ਇੰਨੇ ਵੱਡੇ ਲੈਵਲ ਤੇ ਉੱਥੇ ਕਿਸਾਨ ਬੈਠ ਗਏ, ਗਰਮੀ ਹਨੇਰੀ ਬਾਰਿਸ਼ ਉੱਥੇ ਬੈਠ ਕੇ ਸੰਘਰਸ਼ ਕਰਦੇ ਰਹੇ, ਤੇ ਇਹਦੇ 'ਚ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀਗੀ? ਮੋਦੀ ਸਾਹਿਬ ਦੀ ਕੈਬਨਿਟ ਦੀ ਜ਼ਿੰਮੇਵਾਰੀ ਨਹੀਂ ਸੀਗੀ ਕਿ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਬੁਲਾ ਕੇ ਔਰ ਹਰ ਹਾਲਤ 'ਚ ਉਹਨਾਂ ਦੀ ਗੱਲ ਸੁਣ ਕੇ ਮਨਾ ਕੇ ਉਹਨਾਂ ਨੂੰ ਉੱਥੇ ਭੇਜ ਦੇ? ਜਦੋਂ ਇੰਨਾ ਲੰਬਾ ਸਮਾਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ, ਕਿਸਾਨ ਉੱਥੇ ਬੈਠਣ ਲਈ ਮਜਬੂਰ ਹੋ ਗਏ ਔਰ ਉਹਦੇ 'ਚ ਜਿਹੜੇ ਕਿਸਾਨ ਕਈ ਸੀਗੇ, ਮੰਨ ਲਓ ਕੋਈ ਬਿਮਾਰ ਵੀ ਸੀ, ਜਿੱਦਾਂ ਕਿ ਕਿਹਾ ਜਾ ਰਿਹਾ ਕਿ ਡੇਂਗੂ ਹੋ ਗਿਆ ਔਰ ਜਿਹੜਾ ਕਰੋਨਾ ਚੱਲ ਰਿਹਾ ਸੀਗਾ, ਤੇ ਬਈ ਇਹ ਜ਼ਿੰਮੇਵਾਰੀ ਕਿਹਦੀ ਸੀਗੀ? ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣੀ? ਉਸ ਸਮੇਂ ਤੁਹਾਨੂੰ ਇਹ ਗੱਲ ਸੁਣਨੀ ਚਾਹੀਦੀ ਸੀ। ਜਦੋਂ ਐਡੇ ਵੱਡੇ ਪੂਰੇ ਵਰਲਡ ਦੇ ਵਿੱਚ ਕਰੋਨਾ ਦੇ ਨਾਲ ਲੋਕਾਂ ਦੀ ਡੈਥ ਹੋ ਗਈ, ਤਾਂ ਉਸ ਸਮੇਂ ਕਿਸਾਨ ਜਿਹੜੇ ਸਾਡੇ ਦੇਸ਼ ਦੇ ਅੰਨਦਾਤਾ ਨੇ, ਸਾਡੇ ਲੋਕਾਂ ਦੀ ਰੋਜ਼ੀ ਰੋਟੀ ਦਾ ਖਿਆਲ ਰੱਖਦੇ ਆ, ਉਹਨਾਂ ਦੇ ਲਈ ਸਾਡੇ ਕੋਲ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸਾਡਾ ਦੇਸ਼, ਔਰ ਖਾਸ ਤੌਰ 'ਤੇ ਆਪਾਂ ਗੱਲ ਕਰੀਏ ਸਾਡੇ ਭਾਰਤ ਦੇ ਜਿੰਨੇ ਰਾਜਨੀਤਿਕ ਦਲ ਨੇ ਕਿਸਾਨਾਂ ਦੀ ਗੱਲ ਨੂੰ ਮੰਨਦੇ ਆ, ਔਰ ਖੁਦ ਪ੍ਰਧਾਨ ਮੰਤਰੀ ਕਹਿੰਦੇ ਮੈਂ ਗਰੀਬ ਪਰਿਵਾਰ ਤੋਂ ਹਾਂ, ਕਿਸਾਨ ਦਾ ਬੇਟਾ ਹੈ, ਔਰ ਕਈ ਗੱਲਾਂ ਕਰਦੇ ਆ। ਤੇ ਮੈਂ ਸਮਝਦਾ ਕਿ ਕਿਸਾਨ ਦਾ ਬੇਟਾ ਹੋਣ ਦੇ ਨਾਤੇ ਨਰਿੰਦਰ ਮੋਦੀ ਸਾਹਿਬ ਨੂੰ ਵੀ ਇਹ ਗੱਲ ਪਹਿਲਾਂ ਕਿਉਂ ਨਹੀਂ ਸੁਝੀ? ਔਰ ਅੱਗੇ ਜਿਹੜੇ 5 ਵਿਧਾਨ ਸਭਾ ਚੋਣਾਂ ਆ ਰਹੀਆਂ, ਖਾਸ ਤੌਰ 'ਤੇ ਯੂਪੀ ਦੇ ਵੀ ਆਪਾਂ ਗੱਲ ਕਰਦੇ ਹਾਂ, ਯੂਪੀ ਦੇ ਵਿੱਚ ਵੀ ਕਿਤੇ ਨਾ ਕਿਤੇ ਬੀਜੇਪੀ ਨੂੰ ਲੱਗ ਰਿਹਾ ਕਿ ਝਟਕਾ ਵੱਜ ਸਕਦਾ। ਤਾਂ ਠੀਕ ਹੈ, ਆਪਾਂ ਮੰਨਦੇ ਕਿ ਬੀਜੇਪੀ ਨੇ ਰਿਅਲਾਈਜ਼ ਕੀਤਾ। ਦੇਖੋ, ਇਨਸਾਨ ਕੋਲ ਗਲਤੀਆਂ ਹੋ ਸਕਦੀਆਂ, ਕੋਈ ਵੀ ਬੰਦਾ ਹੈ, ਉਹਨੂੰ ਮਾफ़ ਕਰ ਦੇਣਾ ਚਾਹੀਦਾ। ਔਰ ਮੈਂ ਸਮਝਦਾ ਕਿ ਮੋਦੀ ਸਾਹਿਬ ਨੇ ਮਾफ़ੀ ਵੀ ਕਿਸਾਨਾਂ ਅੱਗੇ ਮੰਨੀ ਹੈ ਕਿ ਅਸੀਂ ਸ਼ਾਇਦ ਕਿਸਾਨਾਂ ਨੂੰ ਜੋ ਦੇਣਾ ਚਾਹੁੰਦੇ ਸੀ ਉਹ ਸਮਝ ਨਹੀਂ ਸਕੇ, ਸਾਡੀ ਤਪੱਸਿਆ 'ਚ ਕੋਈ ਕਮੀ ਰਹਿ ਗਈ। ਠੀਕ ਹੈ, ਮੈਂ ਕਹਿੰਦਾ ਕਿ ਉਹਨਾਂ ਦਾ ਮੋਟਿਵ ਜਿਹੜਾ ਬੀਜੇਪੀ ਦਾ ਔਰ ਕੇਂਦਰ ਸਰਕਾਰ ਦਾ ਜਿਹੜੇ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੋਦੀ ਸਾਹਿਬ, ਉਹਨਾਂ ਦਾ ਜਿਹੜਾ ਇੱਕ ਮਨਸ਼ਾ ਰਹੀ ਹੋਊਗੀ ਕਿ ਅਸੀਂ ਇੱਕ ਕਿਸਾਨਾਂ ਨੂੰ ਕੋਈ ਬਹੁਤ ਅੱਛਾ ਜਿਹੜਾ ਬਿੱਲ ਦੇਣ ਜਾ ਰਹੇ ਹਾਂ, ਉਹਨਾਂ ਵੱਲੋਂ ਅੱਛਾ ਬਿੱਲ ਤਿਆਰ ਕੀਤਾ ਹੋਵੇ। ਹੋ ਸਕਦਾ ਸਾਡੇ ਕਿਸਾਨ ਵੀਰ ਵੀ ਨਾ ਸਮਝੇ ਉਹਨੂੰ, ਹੋ ਸਕਦਾ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਕਈ ਜਿਹੜੇ ਫੈਕਟਰ ਨੇ, ਹੋ ਸਕਦਾ ਉਹ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਚਲੋ ਆਪਾਂ ਮੰਨ ਵੀ ਲੈਂਦੇ ਕਿਸਾਨ ਸਮਝੇ ਨਹੀਂ ਜਾਂ ਸਮਝਾ ਨਹੀਂ ਸਕੇ, ਪਰ ਦਿੱਕਤਾਂ ਤਾਂ ਅਸੀਂ ਸਮਝ ਰਹੇ ਸੀਗੇ। ਤਾਂ ਉਹਦੇ ਵਿੱਚ ਇਹ ਚਾਹੀਦਾ ਸੀਗਾ ਕਿ ਭਾਰਤ ਸਰਕਾਰ ਨੂੰ ਬੜੇ ਗੂੜ੍ਹ ਚਿੰਤਨ ਨਾਲ ਕਿਸਾਨਾਂ ਦੀ ਦੇਖਤੇ, ਕਿਉਂਕਿ ਉੱਥੇ ਕਾਫੀ 70 ਸਾਲ 75 ਸਾਲ 60 ਸਾਲ ਦੇ ਉੱਪਰ ਦੇ ਵੀ ਜਿਹੜੇ ਸਾਡੇ ਕਿਸਾਨ ਸੀਗੇ ਉੱਥੇ ਆਏ ਹੋਏ ਸੀ ਸੰਘਰਸ਼ ਦੇ ਵਿੱਚ, ਔਰ ਕਈ ਬਿਮਾਰ ਵੀ ਮੰਨ ਲਓ ਸੀਗੇ। ਤਾਂ ਬਈ ਇੱਦਾਂ ਦੀ ਚੀਜ਼ਾਂ ਦੇ ਹਾਲਾਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਕਿਸਾਨ ਵੀਰ ਜਿਹੜੇ ਬਾਹਰ ਸੰਘਰਸ਼ ਕਰ ਰਹੇ ਆ ਕਿ ਬਿੱਲ ਵਾਪਸ ਕਰ ਲਓ, ਬਿੱਲ ਵਾਪਸ ਕਰ ਲਓ। ਤਾਂ ਭਾਰਤ ਦੀ ਸਰਕਾਰ ਨੇ ਬਿੱਲ ਕਿਉਂ ਨਹੀਂ ਵਾਪਸ ਕੀਤਾ? ਮੈਂ ਸਮਝਦਾ ਕਿ ਉੱਥੇ ਜਿਹੜੀ ਡੈਥਸ ਹੋਈਆਂ ਕਿਸੇ ਵੀ ਕਾਰਨ ਨਾਲ ਹੋਈਆਂ, ਤਾਂ ਉਹਦੇ ਵਿੱਚ ਭਾਰਤ ਸਰਕਾਰ ਨੂੰ ਉਹਨਾਂ ਦੇ ਲਈ ਕੋਈ ਨਾ ਕੋਈ ਮਦਦ ਦਾ ਕਰਨਾ ਚਾਹੀਦਾ ਹੈ। ਉਹਦਾ ਕਾਰਨ ਹੈ ਕਿ ਉਹ ਪਰਿਵਾਰਾਂ ਤੋਂ ਦੂਰ ਹੋ ਕੇ ਭਾਰਤ ਦੇ ਲਈ, ਖੇਤੀ ਦੇ ਲਈ, ਜਿੱਥੇ ਸਾਡੇ ਦੇਸ਼ ਦਾ ਪੂਰਿਆਂ ਦਾ ਲੋਕਾਂ ਦਾ ਢਿੱਡ ਭਰਿਆ ਜਾਣਾ, ਉਹਦੇ ਚਿੰਤਨ ਲਈ ਕਰ ਰਹੇ ਸੀ। ਜੇ ਸਾਡੇ ਸੀਮਾਵਾਂ 'ਤੇ ਰਕਸ਼ਾ ਕਰਦੇ ਹੋਏ ਫੌਜੀ ਵੀਰ ਸ਼ਹੀਦ ਹੁੰਦੇ ਆ, ਤਾਂ ਇਹ ਵੀ ਮੈਂ ਸਮਝਦਾ ਕਿ ਕੋਈ ਘੱਟ ਗੱਲ ਨਹੀਂ ਹੈਗੀ। ਦੇਸ਼ ਦੀ ਖੇਤੀ ਬਚਾਉਣਾ ਵੀ ਕੋਈ ਵੱਡੀ ਮਤਲਬ ਕੋਈ ਘੱਟ ਗੱਲ ਨਹੀਂ ਹੈਗੀ। ਦੇਸ਼ ਦੇ ਵਿੱਚ ਅਨਾਜ ਵੀ ਜਿਹੜਾ ਹੈਗਾ ਅਗਰ ਹੋਏਗਾ ਤੇ ਅਸੀਂ ਲੋਕ ਜਿੰਦੇ ਰਵਾਂਗੇ। ਤਾਂ ਇਹ ਬਾਰਡਰ ਵਾਲੀ ਪੋਜੀਸ਼ਨ ਇੱਥੇ ਵੀ ਹੈ। ਸੋ ਮੈਨੂੰ ਲੱਗਦਾ ਕਿ ਜਿਹੜੇ ਕਿਸਾਨ ਵੀਰ ਇੱਥੇ ਸ਼ਹੀਦ ਹੋ ਗਏ, ਇੱਥੋਂ ਦੁਨੀਆ 'ਚ ਚਲੇ ਗਏ,
ਉਹਨਾਂ ਦੇ ਪਰਿਵਾਰਾਂ ਦੀ ਰੱਖਿਆ ਸੁਰੱਖਿਆ ਦੇ ਲਈ ਵੀ ਸਾਡੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਨੂੰ ਇਹਦੇ ਵਿੱਚ ਕਿਸਾਨ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਤੁਸੀਂ ਦੇਖੋ ਪੰਜਾਬ ਸਰਕਾਰ ਨੇ ਚੰਨੀ ਸਾਹਿਬ ਨੇ ਕਿੰਨਾ ਵਧੀਆ ਫੈਸਲਾ ਲਿਆ। ਜਿਹੜੇ ਕਿਸਾਨ ਉੱਥੇ ਡੈਥ ਹੋਈ ਹੈ ਉਹਨਾਂ ਦੇ ਕਈ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ। ਮੈਂ ਕਹਿੰਦਾ ਇਹ ਚੰਨੀ ਸਾਹਿਬ ਦਾ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ। ਔਰ ਇਸ ਚੀਜ਼ ਤੋਂ ਹੀ ਪ੍ਰੇਰਨਾ ਲੈ ਕੇ ਭਾਰਤ ਸਰਕਾਰ ਨੂੰ ਜਿਹੜੇ ਕਿਸਾਨ ਦੀ ਉੱਥੇ ਡੈਥ ਹੋਈ ਹੈ, ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਬਕਾਇਦਾ ਲਿਸਟਿੰਗ ਕਰਕੇ ਉਹਨਾਂ ਦੀ ਪਰਿਵਾਰਾਂ ਦੇ ਲਈ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਹੈ, ਜਿਹਦੇ ਕਿ ਪਰਿਵਾਰ ਉਹ ਆਪਣਾ ਜੀਵਨ ਜਿਹੜਾ ਵਧੀਆ ਤਰੀਕੇ ਨਾਲ ਚਲਾ ਸਕਣ। कोई सरकार की तरफ से कोई ऐसी कार्रवाई नहीं हुई, कहीं लाठी डंडे का उपयोग नहीं हुआ, कहीं गोली नहीं चली, किसी कोई ऐसी पुलिस की गोली से लाठी से कोई व्यक्ति नहीं मारा गया। तो उस विषय में जो लोग बॉर्डर के ऊपर कोई हार्ट अटैक से मर गया, कोई डेंगू से मर गया, कोई और किसी दूसरी बीमारी से मर गया, कोई कोरोना से मर गया, तो उस विषय में किसको क्या दर्जा देना है, उनके परिवारों को क्या आर्थिक सहायता देनी है, क्या करना है, वो सारी चीज़ें एक बार शांतिपूर्ण माहौल हो जाए तो सारी चीज़ें सॉर्ट आउट हो जाएंगी, सबके ऊपर निर्णय ले लिया जाएगा। ਜੀ ਮੌਰਿਆ ਸਾਹਿਬ, ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਜ਼ਰੂਰ ਇਸ ਪੂਰੇ ਸੰਘਰਸ਼ ਦੇ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਊਗੀ ਤੇ ਕਿਸਾਨ ਆਗੂਆਂ ਦੀ ਮੰਗ ਵੀ ਮੰਨੂਗੀ। ਤੇ ਚੰਨੀ ਸਾਹਿਬ ਨੇ ਵੀ ਅੱਜ ਜਿਹੜੀ ਮੰਗ ਕੀਤੀ ਹੈ, ਭੁਪਿੰਦਰ ਹੁੱਡਾ ਨੇ ਵੀ ਇਹੀ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸ਼ਹੀਦ ਦਾ ਦਰਜਾ ਦੇਵੇ ਜਿਹੜੇ ਕਿਸਾਨ ਜਾਨਾਂ ਗਵਾ ਚੁੱਕੇ ਨੇ। ਸੋ ਹੁਣ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਦਰਸ਼ਕਾਂ ਨਾਲ ਕੱਲ੍ਹ ਫੇਰ ਮਿਲਾਂਗੇ, ਸਿਆਸੀ ਮੁੱਦਿਆਂ ਤੇ ਗੱਲਬਾਤ ਕਰਾਂਗੇ। ਮੌਰਿਆ ਸਾਹਿਬ, ਹੁਣ ਦਰਸ਼ਕਾਂ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।